ਸਤਿ ਸ੍ਰੀ ਅਕਾਲ ਦੋਸਤੋ। ਅੱਜ ਮੈਂ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਕਲਾਸ +2 ਦਾ ਪਾਠ ਨੰਬਰ 6 ਸਮਝਾਉਣ ਜਾ ਰਿਹਾ ਹਾਂ। ਪਾਠ ਨੰਬਰ 6 ਦਾ ਨਾਮ ਹੈ ਸਿਹਤ ਵਰਧਕ ਕਿਸ਼ੋਰ ਉਮਰ ਨਾਲ ਸੰਬੰਧਿਤ ਕਦਰਾਂ ਕੀਮਤਾਂ ਵੈਲਿਊਜ਼ ਐਸੋਸੀਏਟਡ ਵਿਦ ਹੈਲਦੀ ਐਡੋਲਸੈਂਸ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਠ ਦੇ ਨਾਮ ਦੇ ਅਰਥ ਦੱਸ ਦਿੰਦਾ ਹਾਂ। ਸਿਹਤ ਵਰਧਕ ਕਿਸ਼ੋਰ ਉਮਰ ਨਾਲ ਸੰਬੰਧਿਤ ਕਦਰਾਂ ਕੀਮਤਾਂ ਵੈਲਿਊਜ਼ ਐਸੋਸੀਏਟਡ ਵਿਦ ਹੈਲਦੀ ਐਡੋਲਸੈਂਸ ਭਾਵ ਕਿਸ਼ੋਰ ਅਵਸਥਾ ਤੋਂ ਗੁਜ਼ਰ ਰਹੇ ਬੱਚਿਆਂ ਨੂੰ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬੱਚਿਓ, ਜਿਵੇਂ ਤੁਸੀਂ ਜਾਣਦੇ ਹੋ ਕਿ ਟੀਨੇਜਰਸ 13 ਤੋਂ ਲੈ ਕੇ 19 ਸਾਲ ਤੱਕ ਦੀ ਉਮਰ ਕਿਸ਼ੋਰ ਅਖਵਾਉਂਦੇ ਹਨ ਅਤੇ ਉਹਨਾਂ ਨੂੰ ਬਹੁਤ ਸਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵ ਕਿ ਸਭ ਤੋਂ ਵੱਡੀ ਸਮੱਸਿਆ ਤਣਾਅ ਦੀ ਹੈ। ਉਹਨਾਂ ਨੂੰ ਗੁੱਸਾ ਅਤੇ ਤਣਾਅ ਬਹੁਤ ਹੁੰਦਾ ਹੈ। ਤਾਂ ਇਸ ਪਾਠ ਵਿੱਚ ਅਸੀਂ ਇਹ ਗੱਲ ਕਰਾਂਗੇ ਕਿ ਉਹਨਾਂ ਨੇ ਤਣਾਅ ਅਤੇ ਗੁੱਸੇ ਤੋਂ ਕਿਵੇਂ ਬਚਣਾ ਹੈ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਪਾਠ ਦੇ ਨਾਮ ਦੇ ਅਰਥ ਨੂੰ ਸਮਝ ਲਿਆ ਹੋਵੇਗਾ। ਹੁਣ ਮੈਂ ਤੁਹਾਨੂੰ ਪਾਠ ਦਾ ਸਾਰਾਂਸ਼ ਨਿਚੋੜ ਸਮਝਾਵਾਂਗਾ, ਫਿਰ ਇਸ ਦੇ ਪ੍ਰਸ਼ਨ ਉੱਤਰ ਤੇ ਐਕਟੀਵਿਟੀਜ਼ ਦੀ ਗੱਲ ਕੀਤੀ ਜਾਵੇਗੀ। ਇਸ ਪਾਠ ਦਾ ਇੱਕ ਹੀ ਭਾਗ ਹੈ, ਭਾਗ ਊੜਾ, ਗੁੱਸੇ ਤਣਾਅ ਨੂੰ ਦੂਰ ਕਰਨ ਦੀ ਸਮਝ ਅਤੇ ਖੁਸ਼ਹਾਲ ਜੀਵਨ ਦੀ ਜਾਂਚ। ਅੰਡਰਸਟੈਂਡਿੰਗ ਟੂ ਓਵਰਕਮ ਐਂਗਰ ਸਟ੍ਰੈਸ ਐਂਡ ਇਨਸਾਈਟ ਆਫ ਪ੍ਰੋਸਪੇਰੀਅਸ ਲਾਈਫ ਭਾਵ ਆਪਣੇ ਜੀਵਨ ਵਿੱਚ ਫਜ਼ੂਲ ਦੀਆਂ ਚਿੰਤਾਵਾਂ ਅਤੇ ਗੁੱਸੇ ਨੂੰ ਕਿਵੇਂ ਦੂਰ ਕੀਤਾ ਜਾਵੇ ਅਤੇ ਜ਼ਿੰਦਗੀ ਨੂੰ ਖੁਸ਼ਹਾਲੀ ਨਾਲ ਕਿਵੇਂ ਬਤੀਤ ਕੀਤਾ ਜਾਵੇ। ਹਰੇਕ ਵਿਅਕਤੀ ਨੂੰ ਇਹ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਮੈਂ ਸਭ ਤੋਂ ਬਿਹਤਰ ਹਾਂ ਅਤੇ ਮੇਰੇ ਤੋਂ ਵਧੀਆ ਹੋਰ ਕੋਈ ਵੀ ਨਹੀਂ ਭਾਵ ਆਪਣੇ ਆਪ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਜੇਕਰ ਇਤਿਹਾਸ ਵਿੱਚ ਕੋਈ ਹੋਰ ਮਹਾਨ ਹੋ ਸਕਦਾ ਹੈ ਤਾਂ ਤੁਸੀਂ ਕਿਉਂ ਨਹੀਂ। ਜੇ ਜ਼ਿੰਦਗੀ ਵਿੱਚ ਥੋੜ੍ਹੀ ਚਿੰਤਾ, ਦੁੱਖ, ਤਕਲੀਫ ਆ ਵੀ ਜਾਂਦੀਆਂ ਹਨ ਤਾਂ ਘਬਰਾਉਣਾ ਨਹੀਂ ਚਾਹੀਦਾ। ਇਸ ਵਿੱਚ ਇੱਕ ਰੋਲ ਪਲੇ ਦੱਸਿਆ ਗਿਆ ਹੈ ਜਿਸ ਵਿੱਚ ਇੱਕ ਵਿਦਿਆਰਥੀ ਇੱਕ ਵੇਟਰ ਦੀ ਨੌਕਰੀ ਲਈ ਇੰਟਰਵਿਊ ਦੇਣ ਜਾਂਦਾ ਹੈ, ਪਰ ਅੱਗੇ ਇੰਟਰਵਿਊ ਦੇਣ ਵਾਲੇ ਮੁੰਡੇ ਕੁੜੀਆਂ ਦੀ ਭੀੜ ਲੱਗੀ ਹੁੰਦੀ ਹੈ। ਉਹ ਘਬਰਾਉਂਦਾ ਨਹੀਂ, ਸਗੋਂ ਆਪਣੇ ਆਤਮ ਵਿਸ਼ਵਾਸ ਨਾਲ ਇੰਟਰਵਿਊ ਲੈਣ ਵਾਲੇ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਇਹ ਲੜਕਾ ਹੀ ਸਭ ਤੋਂ ਵਧੀਆ ਦਾਅਵੇਦਾਰ ਹੈ। ਭਾਵ ਕਿ ਜਿਹੜਾ ਲੜਕਾ ਇੰਟਰਵਿਊ ਦੇਣ ਗਿਆ ਸੀ ਉਹ ਮੈਨੇਜਰ ਨੂੰ ਇਹ ਵਿਸ਼ਵਾਸ ਦਿਵਾ ਦਿੰਦਾ ਹੈ ਕਿ ਮੈਂ ਹੀ ਸਭ ਤੋਂ ਵਧੀਆ ਦਾਅਵੇਦਾਰ ਹਾਂ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਪਾਠ ਦੇ ਅਰਥ ਨੂੰ ਸਮਝ ਲਿਆ ਹੋਵੇਗਾ। ਇਸ ਪਾਠ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਅਸੀਂ ਆਪਣੇ ਗੁੱਸੇ ਅਤੇ ਤਣਾਅ ਨੂੰ ਕਿਵੇਂ ਕਾਬੂ ਕਰੀਏ, ਕਿਉਂਕਿ ਅਕਸਰ ਅਸੀਂ ਗੁੱਸੇ ਜਾਂ ਤਣਾਅ ਦੇ ਵਿੱਚ ਆ ਕੇ ਆਪਣੀ ਚੰਗੀ ਭਲੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਾਂ। ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਬੜੇ ਆਰਾਮ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਨੂੰ ਫੇਸ ਕਰਨਾ ਚਾਹੀਦਾ ਹੈ। ਭਾਵ ਕਿ ਕਿਸੇ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਬੜੇ ਸ਼ਾਂਤਮਈ ਤਰੀਕੇ ਨਾਲ ਕਰਨਾ ਚਾਹੀਦਾ ਹੈ। ਹੁਣ ਮੈਂ ਤੁਹਾਨੂੰ ਇਸ ਪਾਠ ਦੀ ਐਕਟੀਵਿਟੀਜ਼ ਅਤੇ ਹੋਰ ਪ੍ਰਸ਼ਨਾਂ ਬਾਰੇ ਸਮਝਾਵਾਂਗਾ। ਇਸ ਪਾਠ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ 40% ਚਿੰਤਾਵਾਂ ਕਾਲਪਨਿਕ ਰੱਖਦੇ ਹਾਂ। ਭਾਵ ਕਿ ਇਹੋ ਜਿਹੀਆਂ ਚਿੰਤਾਵਾਂ ਜਿਹੜੀ ਸਿਰਫ ਕਲਪਨਾ ਮਾਤਰ ਹੁੰਦੀਆਂ ਹਨ, ਅਸਲ ਵਿੱਚ ਉਹ ਚਿੰਤਾਵਾਂ ਹੁੰਦੀਆਂ ਹੀ ਨਹੀਂ। 30% ਚਿੰਤਾਵਾਂ ਭੂਤਕਾਲ ਦੀਆਂ ਭਾਵ ਬੀਤ ਚੁੱਕੇ ਸਮੇਂ ਦੀਆਂ ਹੁੰਦੀਆਂ ਹਨ, ਜਿਹਦੇ ਲਈ ਅਸੀਂ ਹੁਣ ਕੁਝ ਵੀ ਨਹੀਂ ਕਰ ਸਕਦੇ ਲੇਕਿਨ ਫਜ਼ੂਲ ਸੋਚੀ ਜਾਂਦੇ ਹਾਂ। 12% ਚਿੰਤਾਵਾਂ ਨਿੰਦਿਆ ਕਾਰਨ ਭਾਵ ਕਿ ਲੋਕੀ ਕੀ ਕਹਿਣਗੇ ਜਾਂ ਲੋਕ ਸਾਡੇ ਬਾਰੇ ਕੀ ਕਹਿ ਰਹੇ ਹਨ, ਇਹ ਸੋਚ ਕੇ ਚਿੰਤਾ ਅਸੀਂ ਲਈ ਜਾਂਦੇ ਹਾਂ। 10% ਚਿੰਤਾਵਾਂ ਸਿਹਤ ਸੰਬੰਧੀ ਭਾਵ ਕਿ ਸਾਨੂੰ ਕੋਈ ਬਿਮਾਰੀ ਨਾ ਲੱਗ ਜਾਵੇ ਜਾਂ ਸਾਡੇ ਗੁਆਂਢੀ ਨੂੰ ਇਹ ਬਿਮਾਰੀ ਲੱਗ ਗਈ ਹੈ, ਹੁਣ ਮੇਰੇ ਨਾਲ ਕੀ ਹੋਵੇਗਾ, ਇੱਦਾਂ ਦੀਆਂ ਚਿੰਤਾਵਾਂ ਹਨ। ਕੇਵਲ 8% ਚਿੰਤਾਵਾਂ ਹੀ ਸਾਰਥਕ ਹੁੰਦੀਆਂ ਹਨ, ਭਾਵ ਕਿ ਜਿਨ੍ਹਾਂ ਬਾਰੇ ਸੋਚਿਆ ਜਾਣਾ ਚਾਹੀਦਾ ਹੈ, ਜਿਹੜੀਆਂ ਸੱਚਮੁੱਚ ਦੀਆਂ ਚਿੰਤਾਵਾਂ ਹੁੰਦੀਆਂ ਹਨ। ਉਪਰੋਕਤ ਅਨੁਸਾਰ ਇਹਨਾਂ ਚਿੰਤਾਵਾਂ ਦਾ ਕੋਈ ਆਧਾਰ ਨਹੀਂ, ਕੇਵਲ ਸਮੇਂ, ਊਰਜਾ ਅਤੇ ਸਿਹਤ ਦੀ ਬਰਬਾਦੀ ਹੈ। ਇਹਨਾਂ ਨੂੰ ਆਪਣੇ ਮਨ ਦੀ ਦ੍ਰਿੜਤਾ ਨਾਲ ਆਪਣੇ ਸੁਭਾਅ ਵਿੱਚੋਂ ਕੱਢਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਜੇ ਚਿੰਤਾ ਤੋਂ ਮੁਕਤ ਹੋਣਾ ਸਿੱਖ ਲਿਆ ਤਾਂ ਸਮਝੋ ਕਿ ਗੁੱਸੇ ਨੂੰ ਦੂਰ ਕਰਨ ਦਾ ਢੰਗ ਵੀ ਸਿੱਖ ਲਿਆ। ਤਾਂ ਦੋਸਤੋ, ਤੁਸੀਂ ਸਭ ਤਰ੍ਹਾਂ ਦੀ ਚਿੰਤਾਵਾਂ ਬਾਰੇ ਪੜ੍ਹ ਲਿਆ ਹੋਵੇਗਾ, ਸਮਝ ਲਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇਹਦੇ ਵਿੱਚ ਪਹਿਲੀ ਕਿਰਿਆ ਕਰਵਾਉਣ ਜਾ ਰਿਹਾ, ਜਿਸ ਵਿੱਚ ਇੱਕ ਰੋਲ ਪਲੇ ਦਿੱਤਾ ਗਿਆ ਹੈ। ਇਸ ਵਿੱਚ ਇੱਕ ਵਿਦਿਆਰਥੀ ਆਪਣੇ ਵਿਹਲੇ ਸਮੇਂ ਦੇ ਵਿੱਚ ਕੁਝ ਕੰਮ ਕਰਨ ਬਾਰੇ ਸੋਚਦਾ ਹੈ। ਉਹ ਇੱਕ ਵੇਟਰ ਦੀ ਨੌਕਰੀ ਬਾਰੇ ਇੰਟਰਵਿਊ ਦੇਣ ਲਈ ਜਾਂਦਾ ਹੈ, ਪਰੰਤੂ ਅੱਗੇ ਬਹੁਤ ਸਾਰੇ ਨੌਜਵਾਨਾਂ ਦੀ ਭੀੜ ਲੱਗੀ ਹੁੰਦੀ ਹੈ, ਪਰੰਤੂ ਉਹ ਵਿਦਿਆਰਥੀ ਘਬਰਾਉਂਦਾ ਨਹੀਂ। ਉਹ ਰਿਸੈਪਸ਼ਨ 'ਤੇ ਬੈਠੇ ਵਿਅਕਤੀ ਨੂੰ ਇੱਕ ਸਲਿੱਪ ਲਿਖ ਕੇ ਦਿੰਦਾ ਹੈ ਕਿ ਉਹ ਜਾ ਕੇ ਇੰਟਰਵਿਊ ਲੈਣ ਵਾਲੇ ਨੂੰ ਦੇ ਦੇਵੇ, ਅਤੇ ਉਹ ਇੰਟਰਵਿਊ ਵਾਲੇ ਕੋਲ ਚਲਾ ਜਾਂਦਾ ਹੈ। ਜਦੋਂ ਰਿਸੈਪਸ਼ਨਿਸਟ ਉਹ ਪਰਚੀ ਜਾ ਕੇ ਮੈਨੇਜਰ ਨੂੰ ਦਿੰਦਾ ਹੈ ਤਾਂ ਮੈਨੇਜਰ ਪਰਚੀ ਪੜ੍ਹ ਕੇ ਹੈਰਾਨ ਰਹਿ ਜਾਂਦਾ ਹੈ ਅਤੇ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਮੁੰਡਾ ਹੀ ਅਸਲੀ ਦਾਅਵੇਦਾਰ ਹੈ। ਤਾਂ ਅੱਗੇ ਅਧਿਆਪਕ ਵਿਦਿਆਰਥੀਆਂ ਨੂੰ ਇਹ ਪ੍ਰਸ਼ਨ ਪੁੱਛੇਗਾ ਕਿ ਉਸ ਪੇਪਰ ਸਲਿੱਪ 'ਤੇ ਵਿਦਿਆਰਥੀ ਨੇ ਅਜਿਹਾ ਕੀ ਲਿਖਿਆ ਹੋਵੇਗਾ ਕਿ ਮੈਨੇਜਰ ਨੇ ਸਲਿੱਪ ਨੂੰ ਪੜ੍ਹ ਕੇ ਝੱਟ ਹੀ ਉਸ ਨੂੰ ਨੌਕਰੀ 'ਤੇ ਰੱਖਣ ਦਾ ਮਨ ਬਣਾ ਲਿਆ। ਸਾਰੇ ਵਿਦਿਆਰਥੀ ਆਪੋ ਆਪਣੇ ਉੱਤਰ ਦੇਣਗੇ ਅਤੇ ਉਹ ਉੱਤਰ ਭਾਵੇਂ ਕੁਝ ਵੀ ਹੋਵੇ, ਅਧਿਆਪਕ ਉਹਨਾਂ ਦੇ ਉੱਤਰਾਂ ਦੀ ਪ੍ਰਸ਼ੰਸਾ ਕਰਦਾ ਹੋਇਆ ਇਹ ਲੱਭਣ ਦੀ ਕੋਸ਼ਿਸ਼ ਕਰੇਗਾ ਕਿ ਰੋਲ ਪਲੇ ਵਿੱਚੋਂ ਕਿਹੜੇ ਵਿਦਿਆਰਥੀ ਦੀ ਸੋਚਣ ਸ਼ਕਤੀ ਨੂੰ ਕਿਸ ਪੱਖੋਂ ਹਲੂਣਾ ਮਿਲਿਆ ਹੈ। ਭਾਵ ਕਿ ਵਿਦਿਆਰਥੀਆਂ ਨੇ ਜੋ ਵਿਚਾਰ ਦੱਸੇ ਹਨ ਉਹਨਾਂ ਨੇ ਕੀ ਸੋਚ ਕੇ ਦੱਸੇ ਹਨ। ਭਾਵ ਕਿ ਇੱਥੇ ਵਿਦਿਆਰਥੀ ਅਲੱਗ-ਅਲੱਗ ਆਪਣੀ ਸੋਚ ਦੱਸਣਗੇ। ਤਾਂ
ਫਿਰ ਇਹ ਵੇਖਿਆ ਜਾਏਗਾ ਕਿ ਕਿਸ ਵਿਦਿਆਰਥੀ ਨੇ ਸਹੀ ਜਵਾਬ ਦਿੱਤਾ ਹੈ। ਤਾਂ ਅੱਗੇ ਜਵਾਬ ਦੇ ਦਿੱਤਾ ਗਿਆ ਹੈ ਜੀ। ਵਿਦਿਆਰਥੀ ਨੇ ਲਿਖਿਆ ਸੀ ਕਿ ਜਦੋਂ ਤੱਕ ਮੇਰਾ ਨੰਬਰ ਨਹੀਂ ਆ ਜਾਂਦਾ ਕਿਰਪਾ ਕਰਕੇ ਉਦੋਂ ਤੱਕ ਕੋਈ ਹੋਰ ਫੈਸਲਾ ਨਾ ਲਿਆ ਜਾਵੇ। ਭਾਵ ਕਿ ਤੁਸੀਂ ਲਾਸਟ ਤੱਕ ਇੰਤਜ਼ਾਰ ਕਰਨਾ, ਮੈਂ ਸਭ ਤੋਂ ਅੰਤਮ ਵਿੱਚ ਖੜਾ ਹਾਂ ਤੇ ਮੇਰੇ ਜਦੋਂ ਤੱਕ ਮੇਰੀ ਇੰਟਰਵਿਊ ਨਹੀਂ ਹੋ ਜਾਂਦੀ ਕਿਸੇ ਨੂੰ ਨੌਕਰੀ ਤੇ ਨਾ ਰੱਖਿਆ ਜਾਵੇ। ਇਹ ਪੜ੍ਹ ਕੇ ਮੈਨੇਜਰ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਇਸ ਵਿਦਿਆਰਥੀ ਦੇ ਅੰਦਰ ਬਹੁਤ ਆਤਮ ਵਿਸ਼ਵਾਸ ਹੈ, ਇਸ ਲਈ ਉਹ ਉਸ ਨੂੰ ਹੀ ਅਸਲੀ ਦਾਅਵੇਦਾਰ ਮੰਨਦਾ ਹੈ। ਦੂਸਰੀ ਕਿਰਿਆ, ਵਿਦਿਆਰਥੀ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ ਆਪਣੀ ਜਮਾਤ ਵਿੱਚ ਸਹਿਪਾਠੀਆਂ ਦੀ ਅੰਤਰ ਕਿਰਿਆਵਾਂ ਰਾਹੀਂ ਹੇਠ ਲਿਖੇ 3 ਪੱਖਾਂ ਤੋਂ ਉਪਰੋਕਤ ਰੋਲ ਪਲੇ ਦੇ ਸਿੱਟੇ ਕੱਢਣਗੇ। ਭਾਵ ਕਿ ਜੋ ਅਸੀਂ ਉੱਪਰ ਇੱਕ ਰੋਲ ਪਲੇ ਪੜ੍ਹਿਆ ਹੈ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ, ਸ਼ਾਰਟ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਹੈ। ਉਸ ਦੇ ਆਧਾਰ ਤੇ 3 ਗੱਲਾਂ ਕੀਤੀਆਂ ਗਈਆਂ ਹਨ। ਵਿਦਿਆਰਥੀ ਇਹਨਾਂ ਨੂੰ ਪੜ੍ਹ ਕੇ ਤੇ ਆਪਣੇ ਆਪਣੇ ਵਿਚਾਰ ਦੱਸਣਗੇ ਤੇ ਅਧਿਆਪਕ ਉਹਨਾਂ ਦੇ ਵਿਚਾਰਾਂ ਨੂੰ ਸੁਣਨਗੇ। ਤਾਂ ਇਹਨਾਂ ਨੂੰ ਧਿਆਨ ਨਾਲ ਤੁਸੀਂ ਪੜ੍ਹ ਲੈਣਾ ਹੈ। 1 2 3 ਤੁਸੀਂ ਪੜ੍ਹ ਲੈਣੇ ਨੇ ਜੀ। ਤੀਸਰੇ ਵਿੱਚ ਲਿਖਿਆ ਜੀ, ਇਸ ਕਹਾਣੀ ਤੋਂ ਇਸ ਪ੍ਰਣ ਤੱਕ ਪੁੱਜਿਆ ਜਾ ਸਕਦਾ ਹੈ ਕਿ ਪਰਿਸਥਿਤੀਆਂ ਭਾਵੇਂ ਕਿੰਨੀਆਂ ਵੀ ਗੰਭੀਰ ਹੋਣ ਅਤੇ ਰਾਹ ਕਿੰਨੇ ਵੀ ਮੁਸ਼ਕਲ ਹੋਣ, ਜੇ ਸਾਡੇ ਮਨ ਦੀ ਸਥਿਤੀ ਅਡੋਲ, ਉਤਸ਼ਾਹ ਭਰਪੂਰ ਅਤੇ ਆਤਮ ਵਿਸ਼ਵਾਸੀ ਹੈ ਤਾਂ ਅਸੀਂ ਚਿੰਤਾ ਤੋਂ ਮੁਕਤ ਰਹਿ ਸਕਾਂਗੇ। ਤਾਂ ਇਹੀ ਹੀ ਇਸ ਰੋਲ ਪਲੇ ਦਾ ਨਿਚੋੜ ਹੈ। ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਇਹ ਟੋਟਲ ਹੀ ਤੁਹਾਡੇ ਮੁਤਾਬਕ ਕਰਨ ਵਾਲੀ ਕਿਰਿਆ ਹੈ। ਆਪਣੇ ਅਧਿਆਪਕ ਦੇ ਸਹਿਯੋਗ ਨਾਲ ਕਰ ਸਕਦੇ ਹੋ, ਕੋਈ ਜ਼ਿਆਦਾ ਵੱਡੀ ਸਮੱਸਿਆ ਨਹੀਂ ਹੈ। ਅੱਗੇ ਤੀਸਰੀ ਕਿਰਿਆ, ਇਸ ਕਿਰਿਆ ਲਈ ਅਧਿਆਪਕ ਕੁਝ ਸਮੱਗਰੀ ਦਾ ਪ੍ਰਬੰਧ ਕਰੇਗਾ ਅਤੇ ਅਜਿਹੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਇਹ ਕਿਰਿਆ ਕਰਵਾਏਗਾ ਜੋ ਕਿ ਆਮ ਤੌਰ ਤੇ ਕੁਝ ਕਰਨ ਲਈ ਜ਼ਿਆਦਾ ਉਤਸ਼ਾਹ ਨਹੀਂ ਦਿਖਾਉਂਦੇ। ਭਾਵ ਕਿ ਜਿਹੜੇ ਥੋੜ੍ਹੇ ਅਵੇਸਲੇ ਰਹਿੰਦੇ ਹਨ, ਕਿਰਿਆਵਾਂ ਦੇ ਵਿੱਚ ਪਿੱਛੇ ਰਹਿੰਦੇ ਹਨ। ਕਿਰਿਆ ਲਈ ਲੋੜੀਂਦੀ ਸਮੱਗਰੀ ਵਿੱਚ ਇੱਕ ਵੱਡੇ ਆਕਾਰ ਦਾ ਕੱਚਾ ਆਲੂ ਅਤੇ ਪਲਾਸਟਿਕ ਦੀ ਇੱਕ ਸਖਤ ਸਟਰਾ ਭਾਵ ਨਲਕੀ ਲੋੜੀਂਦੇ ਹਨ। ਨੰਬਰ 1, ਅਧਿਆਪਕ ਆਲੂ ਨੂੰ ਆਪਣੇ ਹੱਥ ਵਿੱਚ ਫੜ ਕੇ ਅਤੇ ਦੂਜੇ ਹੱਥ ਵਿੱਚ ਸਖਤ ਸਟਰਾ ਨੂੰ ਫੜ ਕੇ ਜਮਾਤ ਦੇ ਉਸ ਵਿਦਿਆਰਥੀ ਨੂੰ ਬੁਲਾਏਗਾ ਜੋ ਅਕਸਰ ਚੁੱਪ ਰਹਿੰਦਾ ਹੈ ਜਾਂ ਘੱਟ ਕਿਰਿਆਸ਼ੀਲ ਰਹਿੰਦਾ ਹੈ। ਸੰਬੰਧਿਤ ਵਿਦਿਆਰਥੀ ਨੂੰ ਨਾਮ ਲੈ ਕੇ ਸਤਿਕਾਰ ਨਾਲ ਬੁਲਾਇਆ ਜਾਵੇਗਾ। ਭਾਵ ਕਿ ਜਿਹੜਾ ਵਿਦਿਆਰਥੀ ਕੋਈ ਕਿਸੇ ਕਿਰਿਆ ਵਿੱਚ ਭਾਗ ਨਹੀਂ ਲੈਂਦਾ, ਅਵੇਸਲਾ ਰਹਿੰਦਾ ਹੈ, ਜਾਂ ਅਸੀਂ ਦੇਸੀ ਭਾਸ਼ਾ ਵਿੱਚ ਉਸ ਨੂੰ ਨਲਾਇਕ ਕਹਿ ਦਿੰਦੇ ਹਾਂ, ਅਜਿਹੇ ਵਿਦਿਆਰਥੀ ਨੂੰ ਬੁਲਾਇਆ ਜਾਵੇਗਾ ਤੇ ਉਸ ਤੋਂ ਹੀ ਕਿਰਿਆ ਕਰਵਾਈ ਜਾਏਗੀ। ਨੰਬਰ 2, ਹੁਣ ਅਧਿਆਪਕ ਉਸ ਵਿਦਿਆਰਥੀ ਨੂੰ ਪੁੱਛੇਗਾ ਕਿ ਤੁਸੀਂ ਇਸ ਸਟਰਾ ਨੂੰ ਆਲੂ ਦੇ ਆਰ-ਪਾਰ ਇੱਕ ਹੀ ਝਟਕੇ ਨਾਲ ਲੰਘਾ ਸਕਦੇ ਹੋ। ਤਾਂ ਅਧਿਆਪਕ ਦਾ ਕੁਐਸਚਨ ਸੁਣ ਕੇ ਵਿਦਿਆਰਥੀ ਕੁਝ ਕਰਨ ਬਾਰੇ ਸੋਚੇਗਾ। ਹੋ ਸਕਦਾ ਉਹ ਪਹਿਲੇ ਅਵੇਸਲਾ ਰਹੇ, ਉਸ ਨੂੰ ਧਿਆਨ ਨਾ ਦੇਵੇ, ਪਰੰਤੂ ਕਿਉਂਕਿ ਇਹ ਪੜ੍ਹਾਈ ਦੀ ਗੱਲ ਨਹੀਂ ਕੀਤੀ ਗਈ ਹੈ ਇਸ ਲਈ ਵਿਦਿਆਰਥੀ ਸੋਚਣ ਲਈ ਮਜਬੂਰ ਹੋ ਜਾਏਗਾ, ਇਸ ਨੂੰ ਇੱਕ ਗੇਮ ਸਮਝੇਗਾ। ਨੰਬਰ 3, ਜਮਾਤ ਦੇ ਹੋਰ ਵਿਦਿਆਰਥੀ ਵੀ ਦੱਸਣਗੇ ਕਿ ਉਹ ਵਿਦਿਆਰਥੀ ਇਸ ਕਾਰਜ ਨੂੰ ਕਰ ਸਕਦਾ ਹੈ ਕਿ ਨਹੀਂ। ਭਾਵ ਕਿ ਵਿਦਿਆਰਥੀ ਆਪਣੀ ਆਪਣੀ ਰਾਏ ਦੇਣਗੇ ਕਿ ਉਹ ਵਿਦਿਆਰਥੀ ਕਿਉਂਕਿ ਪੜ੍ਹਾਈ ਵਿੱਚ ਜ਼ਿਆਦਾ ਚੁਸਤ ਚਲਾਕ ਨਹੀਂ ਹੈ ਤਾਂ ਉਹ ਇਸ ਨੂੰ ਸਟਰਾ ਨੂੰ ਉਸ ਆਲੂ ਦੇ ਆਰ-ਪਾਰ ਕਰ ਸਕੇਗਾ ਕਿ ਨਹੀਂ। ਤਾਂ ਦੋਸਤੋ ਕਿਉਂਕਿ ਸਟਰਾ ਕਾਫੀ ਸੌਫਟ ਹੁੰਦੀ ਹੈ ਤੇ ਆਲੂ ਸਖਤ ਹੁੰਦਾ ਹੈ, ਇਸ ਲਈ ਇੱਕ ਮੁਸ਼ਕਲ ਕਾਰਜ ਹੋ ਜਾਵੇਗਾ, ਪਰੰਤੂ ਵਾਰ-ਵਾਰ ਕੋਸ਼ਿਸ਼ ਕਰਨ ਤੇ ਉਹ ਵਿਦਿਆਰਥੀ ਅੰਤ ਨੂੰ ਸਫਲ ਹੋ ਜਾਵੇਗਾ। ਇਸ ਵਿੱਚ ਸਾਨੂੰ 4 ਗੱਲਾਂ ਸਾਹਮਣੇ ਆਉਣਗੀਆਂ। ਨੰਬਰ 1, ਖੇਡ ਕੁੱਦ ਕਿਰਿਆ। ਇਹ ਇੱਕ ਖੇਡ ਕੁੱਦ ਕਿਰਿਆ ਕੀਤੀ ਗਈ ਹੈ। ਇਹ ਸੱਚ ਹੈ ਕਿ ਕਿਸੇ ਕਾਰਜ ਨੂੰ ਕਰਨ ਦੇ ਆਰੰਭ ਵਿੱਚ ਜੇ ਤਣਾਅ ਜਾਂ ਚਿੰਤਾ ਹੋਵੇ ਤਾਂ ਵੀ ਮਨ ਦੀ ਮਜ਼ਬੂਤ ਸ਼ਕਤੀ, ਸਬਰ ਅਤੇ ਹਿੰਮਤ ਨਾਲ ਕਾਰਜ ਮੁਕੰਮਲ ਕੀਤਾ ਜਾ ਸਕਦਾ ਹੈ। ਨੰਬਰ 2, ਪ੍ਰਕਿਰਿਆ। ਕੁਝ ਵਿਦਿਆਰਥੀਆਂ ਨੇ ਇੱਕੋ ਝਟਕੇ ਨਾਲ ਸਖਤ ਸਟਰਾ ਨੂੰ ਆਲੂ ਵਿੱਚ ਲੰਘਾਉਣਾ ਚਾਹਿਆ ਪਰ ਉਹ ਅਸਫਲ ਹੋਏ। ਇਸ ਤੋਂ ਇਹ ਭਾਵ ਹੈ ਕਿ ਅਧਿਆਪਕਾਂ ਤੇ ਮਾਪਿਆਂ ਵੱਲੋਂ ਦਿੱਤੀਆਂ ਹੋਈਆਂ ਨਸੀਹਤਾਂ ਨੂੰ ਚੰਗੀ ਤਰ੍ਹਾਂ ਸਮਝਣ ਤੇ ਸਿੱਖਣ ਅਤੇ ਮੰਨਣ ਤੋਂ ਬਿਨਾਂ ਸਹੀ ਨਤੀਜੇ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤੀਜਾ ਪੁਆਇੰਟ, ਪ੍ਰੇਰਨਾ, ਮੋਟੀਵੇਸ਼ਨ। ਅਧਿਆਪਕ ਨੇ ਆਮ ਤੌਰ ਤੇ ਚੁੱਪ ਰਹਿਣ ਵਾਲੇ ਵਿਦਿਆਰਥੀ ਨੂੰ ਉਸ ਦੇ ਅੰਦਰਲੇ ਸਬਰ ਅਤੇ ਸੰਤੋਖ ਦੇ ਗੁਣਾਂ ਰਾਹੀਂ ਸਹਿਜ ਨਾਲ ਕਾਰਜ ਕਰਨ ਦੀ ਪ੍ਰੇਰਣਾ ਦਿੱਤੀ। ਭਾਵ ਕਿ ਉਸ ਨੂੰ ਮੋਟੀਵੇਟ ਕੀਤਾ। ਠੀਕ ਉਸੇ ਤਰ੍ਹਾਂ ਹੀ ਉਹਨਾਂ ਨੂੰ ਸਮਝ ਆ ਜਾਵੇਗੀ ਕਿ ਜ਼ਿੰਦਗੀ ਵਿੱਚ ਹੌਸਲਾ ਅਤੇ ਪ੍ਰੇਰਣਾ ਅਸੰਭਵ ਨੂੰ ਸੰਭਵ ਬਣਾ ਦਿੰਦੇ ਹਨ। ਭਾਵ ਕਿ ਉਹ ਨਾਮੁਮਕਿਨ ਨੂੰ ਮੁਮਕਿਨ ਵਿੱਚ ਬਦਲਣ ਦੀ ਸ਼ਕਤੀ ਰੱਖਦੇ ਹਨ ਜੇਕਰ ਉਹਨਾਂ ਨੂੰ ਸਹੀ ਮੋਟੀਵੇਸ਼ਨ ਦਿੱਤਾ ਜਾਵੇ। ਨੰਬਰ 4, ਸਿੱਟਾ, ਰਿਫਲੈਕਸ਼ਨ। ਸਾਨੂੰ ਇਸ ਕਿਰਿਆ ਵਿੱਚ ਸਪਸ਼ਟ ਹੋਇਆ ਹੈ ਕਿ ਪੂਰਨ ਤੌਰ ਤੇ ਚਿੰਤਾ ਮੁਕਤ ਹੋ ਕੇ ਸਬਰ, ਸੰਤੋਖ ਅਤੇ ਸਹਿਜ ਭਾਵ ਨਾਲ ਹਰ ਅਸੰਭਵ ਨੂੰ ਸੰਭਵ ਬਣਾ ਸਕਦੇ ਹਾਂ। ਇਸ ਲਈ ਕੋਈ ਵੀ ਕਾਰਜ, ਵਿਸ਼ਾ, ਕੋਰਸ ਜਾਂ ਨੌਕਰੀ ਆਦਿ ਕਰਨੇ ਔਖੇ ਨਹੀਂ ਹਨ, ਸਗੋਂ ਉਪਰੋਕਤ ਗੁਣਾਂ ਨਾਲ ਮੁਸ਼ਕਲ ਪ੍ਰਸਥਿਤੀਆਂ ਵਿੱਚੋਂ ਵੀ ਪਾਰ ਲੰਘਿਆ ਜਾ ਸਕਦਾ ਹੈ। ਭਾਵ ਕਿ ਸਾਨੂੰ ਹਰੇਕ ਕੰਮ ਸਬਰ, ਸੰਤੋਖ ਨਾਲ ਤੇ ਸੋਚ ਵਿਚਾਰ ਕੇ ਕਰਨਾ ਚਾਹੀਦਾ ਹੈ। ਹੁਣ ਮੈਂ ਤੁਹਾਨੂੰ ਇਸ ਵਿੱਚ ਵਰਕਸ਼ੀਟ ਦੇ ਕੁਝ ਪ੍ਰਸ਼ਨ ਕਰਾਵਾਂਗਾ। ਪ੍ਰਸ਼ਨ ਨੰਬਰ 1, ਉਪਰੋਕਤ ਕਿਰਿਆ ਵਰਗੀ ਕੋਈ ਹੋਰ ਅਜਿਹੀ ਕਿਰਿਆ ਵੀ ਲਿਖੋ ਜੋ ਅਸੰਭਵ ਨੂੰ ਸੰਭਵ ਕਰ ਵਿਖਾਉਣ ਵਿੱਚ ਸਹਾਈ ਹੋਈ ਹੋਵੇ। ਭਾਵ ਕਿ ਤੁਸੀਂ ਆਪਣੀ ਲਾਈਫ ਦੇ ਵਿੱਚੋਂ ਕੋਈ ਅਜਿਹੀ ਘਟਨਾ ਲਿਖਣੀ ਹੈ ਜਿਸ ਦੇ ਵਿੱਚ ਤੁਸੀਂ ਦੇਖਿਆ ਹੋਵੇ ਕਿ ਅਸੰਭਵ ਕਾਰਜ ਜਿਹੜਾ ਹੈਗਾ ਉਹ ਸੰਭਵ ਦੇ ਵਿੱਚ ਬਦਲ ਗਿਆ ਹੋਵੇ। ਤਾਂ ਤੁਸੀਂ ਆਪਣੀ ਸਮਝ ਨਾਲ ਕੁਝ ਵੀ ਭਰ ਸਕਦੇ ਹੋ। ਇੱਥੇ ਮੈਂ ਭਰਿਆ ਹੈ ਜੀ, ਜਦੋਂ ਜਮਾਤ ਦੇ ਸਭ ਤੋਂ ਨਲਾਇਕ ਬੱਚੇ ਨੂੰ ਅਧਿਆਪਕ ਨੇ ਬਲੈਕ ਬੋਰਡ ਉੱਤੇ ਸਵਾਲ ਕੱਢਣ ਲਈ ਕਿਹਾ ਤਾਂ ਉਹ ਘਬਰਾ ਗਿਆ, ਪਰ ਅਧਿਆਪਕ ਦੀ ਹੱਲਾਸ਼ੇਰੀ ਕਾਰਨ ਉਸਨੇ ਸਵਾਲ ਹੱਲ ਕਰ ਦਿੱਤਾ। ਤਾਂ ਦੋਸਤੋ ਇੱਥੇ ਇੱਕ ਉਹ ਵਿਦਿਆਰਥੀ ਜਿਸ ਦੇ ਬਾਰੇ ਸਾਰਿਆਂ ਦੀ ਰਾਏ ਸੀ ਕਿ ਸਵਾਲ ਕਾਪੀ ਤੇ ਨਹੀਂ ਹੱਲ ਕਰ ਸਕਦਾ ਤਾਂ ਬੋਰਡ ਤੇ ਕਿਵੇਂ ਕਰੇਗਾ, ਪਰੰਤੂ ਅਧਿਆਪਕ ਦੀ ਹੱਲਾਸ਼ੇਰੀ ਭਾਵ ਕਿ ਮੋਟੀਵੇਸ਼ਨ ਦੇ ਨਾਲ ਉਸ ਬੱਚੇ ਨੇ ਵੀ ਸਵਾਲ ਬੋਰਡ ਦੇ ਉੱਪਰ ਹੱਲ ਕਰ ਦਿੱਤਾ। ਤਾਂ ਉਸਨੇ ਇੱਕ ਅਸੰਭਵ ਚੀਜ਼ ਨੂੰ ਸੰਭਵ ਦੇ ਵਿੱਚ ਬਦਲ ਦਿੱਤਾ। ਪ੍ਰਸ਼ਨ ਨੰਬਰ 2, ਕਿਸੇ ਇੱਕ ਅਜਿਹੇ ਕਾਰਜ ਬਾਰੇ ਲਿਖੋ ਜਿਸ ਦੌਰਾਨ ਚਿੰਤਾ ਅਤੇ ਤਣਾਅ ਦੇ ਬਾਵਜੂਦ ਵੀ ਤੁਸੀਂ ਸਵੈ ਵਿਸ਼ਵਾਸ ਨਾਲ ਉਸ ਦਾ ਹੱਲ ਕੱਢ ਸਕੇ ਹੋਵੋ। ਤਾਂ ਦੋਸਤੋ ਤੁਸੀਂ ਆਪਣੇ ਬਿਹਾਫ ਤੇ ਲਿਖਣੀ ਹੈ ਜੀ ਕੋਈ ਵੀ ਘਟਨਾ। ਤਾਂ ਮੈਂ ਲਿਖਿਆ ਜੀ, ਜਦੋਂ ਸਕੂਲ ਵਿੱਚ ਖੇਡ ਮੁਕਾਬਲਾ ਹੋਇਆ ਸੀ ਤਾਂ ਅਚਾਨਕ ਮੇਰੇ ਪੈਰ ਤੇ ਸੱਟ ਲੱਗ ਗਈ ਸੀ। ਚਿੰਤਾ ਤੇ ਤਣਾਅ ਨੇ ਘੇਰ ਲਿਆ ਸੀ ਪਰ ਮੈਂ ਸਵੈ ਵਿਸ਼ਵਾਸ ਨਾਲ ਮੁਕਾਬਲਾ ਜਿੱਤ ਲਿਆ ਸੀ। ਭਾਵ ਕਿ ਜਦੋਂ ਮੈਂ ਦੌੜਨ ਲਈ ਜਿਵੇਂ ਹੀ
ਲਾਈਨ ਦੇ ਉੱਪਰ ਖੜਾ ਹੋਇਆ, ਅਚਾਨਕ ਮੇਰੇ ਪੈਰ ਤੇ ਸੱਟ ਲੱਗ ਗਈ। ਮੈਂ ਘਬਰਾ ਗਿਆ, ਮੈਨੂੰ ਬੜੀ ਚਿੰਤਾ ਹੋਈ, ਤਣਾਅ ਹੋਈ, ਪਰੰਤੂ ਮੈਂ ਆਪਣੇ ਆਪ ਤੇ ਵਿਸ਼ਵਾਸ ਰੱਖਿਆ, ਆਪਣੇ ਕੀਤੇ ਹੋਏ ਪ੍ਰੈਕਟਿਸ ਦੇ ਉੱਪਰ ਵਿਸ਼ਵਾਸ ਰੱਖਿਆ ਤੇ ਮੈਂ ਰੇਸ ਨੂੰ ਜਿੱਤ ਲਿਆ ਆਪਣੇ ਸਵੈ ਵਿਸ਼ਵਾਸ ਦੇ ਨਾਲ। ਪ੍ਰਸ਼ਨ ਨੰਬਰ 3, ਉਪਰੋਕਤ ਰੋਲ ਪਲੇ ਵਿੱਚੋਂ ਤੁਹਾਨੂੰ ਕਿਹੜੀ ਨਵੀਂ ਜੀਵਨ ਜਾਂਚ ਪ੍ਰਤੱਖ ਹੋਈ ਹੈ, ਆਪਣੇ ਸ਼ਬਦਾਂ ਵਿੱਚ ਲਿਖੋ। ਭਾਵ ਕਿ ਤੁਸੀਂ ਕੀ ਸਿੱਖਿਆ ਲਈ ਹੈ। ਸਾਨੂੰ ਮੁਸ਼ਕਲ ਤੋਂ ਮੁਸ਼ਕਲ ਸਮੇਂ ਵਿੱਚ ਚਿੰਤਾ ਅਤੇ ਤਣਾਅ ਨੂੰ ਭੁੱਲ ਕੇ ਆਤਮ ਵਿਸ਼ਵਾਸ ਤੇ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ। ਭਾਵ ਕਿ ਸਾਨੂੰ ਕਦੇ ਵੀ ਜ਼ਿੰਦਗੀ ਵਿੱਚ ਹੌਸਲਾ ਨਹੀਂ ਹਾਰਨਾ ਚਾਹੀਦਾ, ਕਿਉਂਕਿ ਹੌਸਲਾ ਹਾਰਨ ਵਾਲੇ ਵਿਅਕਤੀ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦੇ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਸਾਰਾ ਪਾਠ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਪਲੇਲਿਸਟ ਦੇ ਵਿੱਚ ਜਾਓ ਅਤੇ ਉੱਥੇ ਆਪਣੇ ਮਤਲਬ ਦੀਆਂ ਵੀਡੀਓਜ਼ ਨੂੰ ਦੇਖੋ। ਧੰਨਵਾਦ।